ਹੈਲੋ ਸਟੂਡੈਂਟਸ, YouTube ਚੈਨਲ ਸੋਸ਼ੀਓ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ BA 5th ਸਮੈਸਟਰ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਪੰਜਾਬੀ ਕੰਪਲਸਰੀ ਦੇ ਡਿਸਕਸ ਕਰਨ ਜਾ ਰਹੇ ਹਾਂ। ਇਹ ਸਿਰਫ BA ਦੇ ਵਿਦਿਆਰਥੀਆਂ ਲਈ ਹੈ। ਇਸ ਦੇ ਕੁੱਲ ਅੰਕ 50 ਹਨ। ਲਿਖਤੀ ਪੇਪਰ 45 ਮਾਰਕਸ ਦਾ ਹੈ। ਇੰਟਰਨਲ ਅਸੈਸਮੈਂਟ 5 ਮਾਰਕਸ ਦੀ, ਸਮਾਂ 3 ਘੰਟੇ। ਇਸ ਦੇ ਵਿੱਚ ਬੁੱਕ ਦਾ ਨਾਮ ਮੱਧਕਾਲੀਨ ਪੰਜਾਬੀ ਕਾਵਿ ਦਾ ਅਧਿਐਨ, ਜੋ ਕਿ ਡਾਕਟਰ ਸੁਖਦੇਵ ਸਿੰਘ ਸਿਰਸਾ ਪਬਲੀਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਦੇ ਵਿੱਚੋਂ ਸਭ ਤੋਂ ਪਹਿਲਾਂ ਪ੍ਰਸੰਗ ਸਹਿਤ ਵਿਆਖਿਆ ਆਏਗੀ, ਜਿਸ ਦੇ ਵਿੱਚ 2 ਤੁਹਾਨੂੰ ਕਾਵਿ ਟੋਟੇ ਦਿੱਤੇ ਜਾਣਗੇ। ਕਿਸੇ ਇੱਕ ਦਾ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਲਿਖਣੀ ਹੋਏਗੀ। ਇਹ 5 ਨੰਬਰ ਦਾ ਹੋਏਗਾ। ਸਟੂਡੈਂਟਸ, ਇਸ ਦੇ ਵਿੱਚ ਪ੍ਰਸੰਗ ਸਹਿਤ ਵਿਆਖਿਆ 'ਚ ਗੈਸ ਲਗਾਉਣਾ ਬਹੁਤ ਮੁਸ਼ਕਿਲ ਹੈ, ਇਸ ਲਈ ਇਸ ਦੇ ਵਿੱਚ 2-4 ਹੀ ਪੈਰੇ ਦਿੱਤੇ ਗਏ ਹਨ। ਬਾਕੀ ਤੁਸੀਂ ਆਪਣੀ ਬੁੱਕ ਦੇ ਵਿੱਚੋਂ ਸਾਰੀਆਂ ਕਵਿਤਾਵਾਂ ਨੂੰ ਹੀ ਧਿਆਨ ਨਾਲ ਪੜ੍ਹ ਲੈਣਾ ਅਤੇ ਉਸ ਦੀ ਪ੍ਰਸੰਗ ਸਹਿਤ ਵਿਆਖਿਆ ਕਰਨੀ ਈਜ਼ੀ ਹੁੰਦੀ ਹੈ। ਪ੍ਰਸੰਗ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਕਿਵੇਂ ਲਿਖਣਾ ਹੈ। ਇਸ ਦੇ ਵਿੱਚ ਬੁੱਕ ਦਾ ਨਾਮ, ਕਵੀ ਦਾ ਨਾਮ, ਇਸ ਤੋਂ ਇਲਾਵਾ ਕਵਿਤਾ ਦਾ ਨਾਮ ਅਤੇ ਉਸ ਦੇ ਵਿੱਚ ਕੀ ਦੱਸਿਆ 2-3 ਲਾਈਨਸ ਦੇ ਵਿੱਚ ਉਹ ਲਿਖਣਾ ਹੁੰਦਾ। ਵਿਆਖਿਆ ਤੁਸੀਂ ਜਿਵੇਂ ਤੁਹਾਨੂੰ ਲਾਈਨਸ ਤੁਕਾਂ ਦਿੱਤੀਆਂ ਜਾਣਗੀਆਂ, ਉਸ ਦੇ ਵਿੱਚੋਂ ਤੁਸੀਂ ਆਰਾਮ ਨਾਲ ਵਿਆਖਿਆ ਕਰ ਸਕਦੇ ਹੋ। ਜੇ ਇੱਕ ਵਾਰ ਤੁਸੀਂ ਉਸ ਦਾ ਵਿਸ਼ਾ ਵਸਤੂ ਜਾਂ ਸਾਰ ਵੀ ਕੀਤਾ ਹੋਏਗਾ ਉਸ ਕਵਿਤਾ ਦਾ, ਤਾਂ ਤੁਹਾਨੂੰ ਆਸਾਨੀ ਰਹੇਗੀ। ਇੱਥੇ ਐਗਜ਼ਾਮਪਲ ਦੇ ਲਈ ਇਹ ਦਿੱਤੀਆਂ ਜਾ ਰਹੀਆਂ। ਉੱਠ ਫਰੀਦਾ ਉਂਝ ਸਾਜ, ਸੁਬਹ ਨਿਵਾਜ਼ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਨੈਕਸਟ ਹੈ ਗਰਭਵਾਸ ਮਰ, ਕੁੱਲ ਨਹੀਂ ਜਾਤੀ, ਬ੍ਰਹਮ ਬਿੰਦੁ ਤੇ ਸਭ ਉਤਪਾਤੀ, ਕਹੁਰੇ ਪੰਡਿਤ ਬਾਹਨ ਕਬਕੇ ਹੋਏ ਹੈ, ਬਾਮਨ ਕਹਿ ਕੇ ਜਨਮ ਮਤ ਖੋਏ। ਨੈਕਸਟ ਹੈ ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹੇ ਜਿਉਂ ਬਾਲੂ ਕੀ ਪੀਤ। ਐਂਡ ਨੈਕਸਟ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਨ ਆਈ। ਇਹ ਸਿਰਫ ਐਗਜ਼ਾਮਪਲ ਦੇ ਲਈ ਹੈ। ਇੱਥੇ ਤੁਹਾਨੂੰ ਕੋਈ ਵੀ ਕਾਵਿ ਟੋਟਾ ਜਿਹੜਾ ਉਹ ਦਿੱਤਾ ਜਾ ਸਕਦਾ ਹੈ। ਇਸੇ ਤਰ੍ਹਾਂ ਕਵਿਤਾ ਦਾ ਸਾਰ ਅਤੇ ਕੇਂਦਰੀ ਭਾਵ, ਇਹ ਵੀ ਤੁਹਾਨੂੰ ਕਿਤੋਂ ਵੀ ਕੋਈ ਆ ਸਕਦਾ। ਇਹ ਵੀ ਐਗਜ਼ਾਮਪਲ ਦੇ ਲਈ ਦਿੱਤਾ ਹੈ। ਬੇਗਮਪੁਰਾ ਸ਼ਹਿਰ ਕੋ ਨਾਉ, ਮੋਰੀ ਰੁਨ ਚੁਣ ਲਾਇਆ, ਭੈਣ ਸਾਵਣੇ ਆਇਆ, ਚਰਖਾ ਮੇਰਾ ਰੰਗਲੜਾ ਚੰਡੀ ਦੀ ਵਾਰ। ਇਸ ਤਰ੍ਹਾਂ ਤੁਹਾਨੂੰ ਸਾਰ ਅਤੇ ਕੇਂਦਰੀ ਭਾਵ ਲਿਖਣ ਲਈ ਕਿਹਾ ਜਾਵੇਗਾ। 5 ਨੰਬਰ ਦਾ ਸਾਰ ਲਿਖਣਾ ਹੋਏਗਾ ਅਤੇ 5 ਦਾ ਕੇਂਦਰੀ ਭਾਵ। ਇਸ ਤੋਂ ਬਾਅਦ 8 ਪ੍ਰਸ਼ਨ ਤੁਹਾਨੂੰ ਦਿੱਤੇ ਜਾਣਗੇ। 5 ਦਾ ਤੁਸੀਂ ਉੱਤਰ ਦੇਣਾ ਹੋਏਗਾ। 1-1 ਨੰਬਰ ਦੇ 5 ਕੁਐਸਚਨ। ਇਹ ਇਸ ਤਰ੍ਹਾਂ ਦੇ ਕੁਐਸਚਨ ਹੋ ਸਕਦੇ ਹੈ। ਮੈਂ ਵੀ ਕੌਰ ਰਾਂਝਣ ਦੀ ਜਾਣਾ ਦਾ ਕੇਂਦਰੀ ਭਾਵ ਲਿਖੋ। ਕੋਈ ਬੋਲੇ ਰਾਮ ਰਾਮ ਸ਼ਬਦ ਵਿੱਚੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ। ਇੱਥੇ ਕੋਈ ਵੀ ਸ਼ਬਦ ਤੁਹਾਨੂੰ ਦੇ ਕੇ ਉਸ ਦੀ ਸਿੱਖਿਆ ਲਿਖਿਆ ਜਾ ਸਕਦਾ ਹੈ। ਕਿਸੇ ਵੀ ਕਵਿਤਾ ਦਾ ਕੇਂਦਰੀ ਭਾਵ ਕਿਹਾ ਜਾ ਸਕਦਾ ਹੈ। ਇਸ ਤਰ੍ਹਾਂ ਤੁਸੀਂ ਇਹਨਾਂ ਕਵਿਤਾਵਾਂ ਦੇ ਕੇਂਦਰੀ ਭਾਵ ਯਾਦ ਕਰਨੇ ਹੈ। ਗਗਨ ਮੇ ਥਾਲ ਦਾ ਕੇਂਦਰੀ ਭਾਵ ਲਿਖੋ। ਚੰਡੀ ਦੀ ਵਾਰ ਦਾ ਜੰਗੀ ਵਾਤਾਵਰਨ ਕਿਹੋ ਜਿਹਾ ਸੀ। ਭੂਪਤ ਹੋਏ ਕਿ ਰਾਜ ਕਮਾਇਆ ਸ਼ਬਦ ਵਿੱਚ ਕਿਹੜੇ ਸੰਸਾਰਿਕ ਪਦਾਰਥਾਂ ਦਾ ਜ਼ਿਕਰ ਕੀਤਾ ਗਿਆ ਹੈ। ਚੋਆ ਚੰਦਨ ਮਰਦਨ ਅੰਗਾ ਸ਼ਬਦ ਦਾ ਵਿਸ਼ਾ ਕੀ ਹੈ। ਗਰਭਵਾਸ ਮਹਿ ਸ਼ਬਦ ਦਾ ਕੇਂਦਰੀ ਭਾਵ ਲਿਖੋ। ਨਾਗਰ ਜਨਾ ਮੇਰੀ ਜਾਤ ਸ਼ਬਦ ਵਿੱਚ ਗੁਰੂ ਰਵਿਦਾਸ ਆਪਣੀ ਜਾਤ ਕਿੱਤੇ ਦੇ ਰਹਿਣ ਦੇ ਸਥਾਨ ਬਾਰੇ ਕੀ ਦੱਸਦੇ ਹਨ। ਸਿਲੇਬਸ ਦੇ ਆਧਾਰ 'ਤੇ ਸੱਸੀ ਪੁੰਨੂ ਕਿਸ ਕਵੀ ਦੀ ਰਚਨਾ ਹੈ। ਕਾਦਰ ਯਾਰ ਦੇ ਕਿਹੜੇ ਕਿੱਸੇ ਵਿੱਚ ਤੁਹਾਡੀ ਪਾਠ ਪੁਸਤਕ ਵਿੱਚ ਕਾਵ ਅੰਸ਼ ਦਿੱਤੇ ਗਏ ਹਨ। ਨੈਕਸਟ ਹੈ ਵਾਰਿਸ ਸ਼ਾਹ ਦੀ ਕਿਹੜੀ ਰਚਨਾ ਪੰਜਾਬ ਵਿੱਚ ਸਭ ਤੋਂ ਵੱਧ ਪ੍ਰਸਿੱਧ ਹੋਈ ਹੈ। ਮੱਧਕਾਲੀ ਪੰਜਾਬੀ ਕਾਵ ਸੁਰਾਂ ਕਾਵ ਸੰਗ੍ਰਹਿ ਦਾ ਸੰਪਾਦਕ ਕੌਣ ਹੈ, ਜਾਂ ਤੁਹਾਡੀ ਬੁੱਕ ਮੱਧਕਾਲੀ ਪੰਜਾਬੀ ਕਾਵ ਪੁਸਤਕ ਇਸ ਦਾ ਸੰਪਾਦਕ ਕੌਣ ਹੈ, ਇਹ ਪੁੱਛਿਆ ਜਾ ਸਕਦਾ ਹੈ। ਕੱਤ ਕੁੜੇ ਨਾ ਵੱਤ ਕੁੜੇ ਕਾਫੀ ਦਾ ਲੇਖਕ ਕੌਣ ਹੈ। ਸੁਲਤਾਨ ਬਾਹੂ ਦੀ ਕਾਵ ਰਚਨਾ ਦਾ ਨਾਮ। ਚਰਖਾ ਮੇਰਾ ਰੰਗੜਲਾ ਕਿਸ ਕਵੀ ਦੀ ਰਚਨਾ ਹੈ। ਚੰਡੀ ਦੀ ਵਾਰ ਕਿਸ ਗੁਰੂ ਜੀ ਦੀ ਰਚਨਾ ਹੈ। ਇਸ ਤੋਂ ਬਾਅਦ ਹੈ ਕਿਸੇ ਇੱਕ ਵਿਸ਼ੇ ਦੇ ਉੱਪਰ ਪੈਰਾ ਰਚਨਾ ਕਰਨ ਲਈ ਤੁਹਾਨੂੰ ਕਿਹਾ ਜਾਵੇਗਾ। ਇਹ ਪੈਰਾ ਰਚਨਾ ਲਗਭਗ 250 ਸ਼ਬਦਾਂ ਦੇ ਵਿੱਚ ਤੁਸੀਂ ਕਰਨੀ ਹੋਏਗੀ। 8 ਮਾਰਕਸ ਦਾ ਇਹ ਕੁਐਸਚਨ, ਜਿਸ ਦੇ ਵਿੱਚ ਤੁਹਾਨੂੰ ਮਨੁੱਖੀ ਸੁਭਾਅ ਦੇ ਨਾਲ ਸੰਬੰਧਿਤ ਪੈਰਾ ਦਿੱਤਾ ਜਾ ਸਕਦਾ ਹੈ, ਟੌਪਿਕ ਉਸ ਦਾ, ਜਾਂ ਇਸ ਤੋਂ ਇਲਾਵਾ ਜੀਵਨ ਦਰਸ਼ਨ ਅਤੇ ਜੀਵਨ ਦੇ ਹਲਕੇ ਫੁਲਕੇ ਵਿਸ਼ਿਆਂ ਦੇ ਨਾਲ ਸੰਬੰਧਿਤ ਹੋ ਸਕਦਾ ਹੈ।
ਇਹ 4 ਤੁਹਾਨੂੰ ਦਿੱਤੇ ਜਾਣਗੇ, ਉਸ ਦੇ ਵਿੱਚੋਂ ਕਿਸੇ ਇੱਕ ਦਾ ਤੁਸੀਂ ਆਨਸਰ ਦੇਣਾ ਹੋਏਗਾ। ਇਹ ਇਸ ਤਰ੍ਹਾਂ ਦੇ ਨਾਲ ਟੌਪਿਕ ਹੋ ਸਕਦੇ ਆ, ਇਹ ਵੀ ਹੋ ਸਕਦੇ ਆ ਇਹਨਾਂ ਦੇ ਵਿੱਚੋਂ ਜਾਂ ਕੋਈ ਬਾਹਰੋਂ ਵੀ ਹੋ ਸਕਦਾ। ਪ੍ਰਦੂਸ਼ਣ, ਸ਼ੋਰ ਪ੍ਰਦੂਸ਼ਣ, ਆਵਾਜਾਈ ਤੇ ਸੜਕ ਦੁਰਘਟਨਾਵਾਂ, ਬੇਰੁਜ਼ਗਾਰੀ, ਪਿਆਰ ਵਿਆਹ, ਸਾਈਬਰ ਅਪਰਾਧ, ਭ੍ਰਿਸ਼ਟਾਚਾਰ, ਮਾਤ ਭਾਸ਼ਾ ਦਾ ਮਹੱਤਵ, ਨਾਨਕ ਦੁਖੀਆ ਸਭ ਸੰਸਾਰ, ਅਨੁਸ਼ਾਸਨ ਦਾ ਮਹੱਤਵ, ਇੰਟਰਨੈਟ, ਮਿੱਤਰਤਾ, ਭਰੂਣ ਹੱਤਿਆ, ਬੇਰੁਜ਼ਗਾਰੀ, ਸਮੇਂ ਦੀ ਕਦਰ, ਵੋਟਰ ਵੋਟਾਂ ਤੇ ਰਾਜਨੀਤੀ, ਮਿੱਤਰਤਾ, ਅਨੁਸ਼ਾਸਨ ਦਾ ਮਹੱਤਵ, ਔਰਤਾਂ ਵਿਰੁੱਧ ਅਪਰਾਧ, ਮੇਲਿਆਂ ਦਾ ਬਦਲਦਾ ਰੂਪ, ਰੁੱਖ ਮਨੁੱਖ ਤੇ ਵਾਤਾਵਰਨ। ਇਸ ਤੋਂ ਬਾਅਦ ਨੈਕਸਟ ਕੁਐਸਚਨ ਤੁਹਾਡਾ ਹੋਏਗਾ ਲਿਪੀ ਦੇ ਨਾਲ ਸੰਬੰਧਿਤ ਗੁਰਮੁਖੀ ਲਿਪੀ, ਇਹਦੀ ਜਾਣ ਪਛਾਣ, ਇਸ ਦੀ ਪਰਿਭਾਸ਼ਾ, ਇਸ ਦਾ ਜਨਮ ਤੇ ਵਿਕਾਸ ਕਿਸ ਤਰ੍ਹਾਂ ਹੋਇਆ, ਇਸ ਨਾਲ ਸੰਬੰਧਿਤ ਕੁਐਸਚਨ ਹੋ ਸਕਦੇ ਆ। ਇਹ ਜਿਹੜੇ ਕੁਐਸਚਨ ਇੱਥੇ ਦਿੱਤੇ ਗਏ ਇਹਨਾਂ ਦੇ ਵਿੱਚੋਂ ਹੀ ਤੁਹਾਨੂੰ ਮੋਲਡ ਕਰਕੇ ਕੁਐਸਚਨ ਪਾਇਆ ਜਾਏਗਾ, ਤਾਂ ਤੁਸੀਂ ਇਹਨਾਂ ਦੀ ਤਿਆਰੀ ਚੰਗੀ ਤਰ੍ਹਾਂ ਕਰ ਲਿਓ। ਇਹ 7 ਮਾਰਕਸ ਦਾ ਹੈ। ਕੁਐਸਚਨ ਇਸ ਤਰ੍ਹਾਂ ਦੇ ਹੈ, ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿੱਥੋਂ ਤੱਕ ਢੁਕਵੀਂ ਲਿਪੀ ਹੈ, ਦਲੀਲਾਂ ਸਹਿਤ ਉੱਤਰ ਦਿਓ। ਨੈਕਸਟ ਹੈ ਗੁਰਮੁਖੀ ਲਿਪੀ ਦੇ ਨਿਕਾਸ ਬਾਰੇ ਜਾਣਕਾਰੀ ਦਿਓ। ਅੱਗੇ ਹੈ ਪੁਰਾਤਨ ਭਾਰਤੀ ਲਿਪੀਆਂ ਬਾਰੇ ਤੁਸੀਂ ਕੀ ਜਾਣਦੇ ਹੋ, ਇਸ ਦੇ ਮੁੱਢ ਤੇ ਵਿਕਾਸ ਬਾਰੇ ਦੱਸੋ। ਐਂਡ ਨੈਕਸਟ ਲਿਪੀ ਤੋਂ ਕੀ ਭਾਵ ਹੈ, ਪੰਜਾਬੀ ਵੀ ਲਈ ਢੁਕਵੀਂ ਲਿਪੀ ਬਾਰੇ ਲਿਖੋ। ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ ਲਿਖੋ। ਗੁਰਮੁਖੀ ਲਿਪੀ ਦੀ ਪ੍ਰਾਚੀਨਤਾ ਉੱਤੇ ਇੱਕ ਨੋਟ ਲਿਖੋ। ਲਿਪੀ ਕੀ ਹੁੰਦੀ ਹੈ, ਇਸ ਦੀ ਪ੍ਰਾਚੀਨ ਰੂਪਾਂ ਬਾਰੇ ਜਾਣਕਾਰੀ ਦਿਓ। ਗੁਰਮੁਖੀ ਲਿਪੀ ਦਾ ਮਹੱਤਵ ਦੱਸੋ। ਇਹਨਾਂ ਦੇ ਵਿੱਚੋਂ ਹੀ ਤੁਹਾਨੂੰ ਕੁਐਸਚਨ ਮੋਲਡ ਕਰਕੇ ਪੁੱਛੇ ਜਾ ਸਕਦੇ ਆ, ਇਹਨਾਂ ਦੀ ਤਿਆਰੀ ਚੰਗੀ ਤਰ੍ਹਾਂ ਕਰ ਲਿਓ। ਇਸੇ ਤਰ੍ਹਾਂ ਅਗਲਾ ਕੁਐਸਚਨ ਹੈ, ਇਹ ਵਾਕੰਸ਼ ਦੇ ਨਾਲ ਸੰਬੰਧਿਤ ਵਿਆਕਰਨ ਦਾ, ਜਿਸ ਦੇ ਵਿੱਚ ਨਾਂਵ ਵਾਕੰਸ਼ ਤੇ ਕਿਰਿਆ ਵਾਕੰਸ਼ ਦੇ ਬਾਰੇ ਕੁਐਸਚਨ ਪੁੱਛਿਆ ਜਾ ਸਕਦਾ ਹੈ। 2 ਕੁਐਸਚਨ ਪੁੱਛੇ ਜਾਣਗੇ, ਜਿਸ ਦੇ ਵਿੱਚੋਂ ਕਿਸੇ ਇੱਕ ਦਾ ਤੁਸੀਂ ਆਨਸਰ ਦੇਣਾ ਹੋਏਗਾ। ਇਹ ਕੁਐਸਚਨ ਇਸ ਤਰ੍ਹਾਂ ਹੋ ਸਕਦੇ ਆ, ਜੋ ਇੱਥੇ ਬਣਾਏ ਗਏ ਆ ਕੁਐਸਚਨ, ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਤਿਆਰ ਕਰ ਲਿਓ। ਇਹਨਾਂ ਦੇ ਵਿੱਚੋਂ ਹੀ ਮੋਲਡ ਕਰਕੇ ਫਿਰ ਇਹ ਕੁਐਸਚਨ ਪੁੱਛੇ ਜਾ ਸਕਦੇ ਆ। 6 ਮਾਰਕਸ ਦਾ। ਬਣਤਰ ਦੇ ਆਧਾਰ ਤੇ ਨਾਂਵ ਵਾਕੰਸ਼ ਕਿੰਨੀ ਪ੍ਰਕਾਰ ਦੇ ਹੁੰਦੇ ਆ, ਉਦਾਹਰਨਾਂ ਸਹਿਤ ਦੱਸੋ। ਅਕਾਲਕੀ ਤੇ ਕਾਲਕੀ ਕਿਰਿਆ ਵਾਕੰਸ਼ਾਂ ਬਾਰੇ ਦੱਸੋ। ਨਾਂਵ ਵਾਕੰਸ਼ ਕੀ ਹੁੰਦਾ ਹੈ, ਰੂਪ ਦੇ ਆਧਾਰ ਤੇ ਸਥਾਪਤੀ ਬਾਰੇ ਚਰਚਾ ਕਰੋ। ਕਿਰਿਆ ਵਾਕੰਸ਼ ਕੀ ਹੁੰਦਾ ਹੈ, ਕਿਰਿਆ ਵਾਕੰਸ਼ ਦੇ ਮੁੱਖ ਕਿਰਿਆ ਤੱਤ ਬਾਰੇ ਦੱਸੋ। ਨਾਂਵ ਵਾਕੰਸ਼ ਕੀ ਹੁੰਦਾ ਹੈ, ਰੂਪ ਦੇ ਆਧਾਰ ਤੇ ਇਸ ਦੀ ਸਥਾਪਤੀ ਬਾਰੇ ਚਰਚਾ ਕਰੋ। ਐਂਡ ਨੈਕਸਟ ਇਹ ਰਿਪੀਟ ਹੋਇਆ ਕੁਐਸਚਨ। ਐਂਡ ਨੈਕਸਟ ਨਾਂਵ ਵਾਕੰਸ਼ ਕੀ ਹੁੰਦਾ, ਇਸ ਦੀ ਪਰਿਭਾਸ਼ਾ ਲਿਖੋ। ਆਕਰਮਕ ਕਿਰਿਆ ਤੇ ਸਕਰਮਕ ਕਿਰਿਆ ਤੇ ਲੱਛਣ ਤੇ ਇਸ ਦੀ ਪਰਿਭਾਸ਼ਾ ਲਿਖੋ। ਐਂਡ ਨੈਕਸਟ ਹੈ ਵਾਕੰਸ਼ ਤੋਂ ਕੀ ਭਾਵ ਹੈ, ਨਾਂਵ ਵਾਕੰਸ਼ ਦੀ ਪਰਿਭਾਸ਼ਾ ਦੱਸ ਕੇ ਪਛਾਣ ਵਿਧੀਆਂ ਬਾਰੇ ਲਿਖੋ। ਐਂਡ ਨੈਕਸਟ ਕਿਰਿਆ ਵਾਕੰਸ਼ ਕੀ ਹੁੰਦਾ, ਇਸ ਦੀਆਂ ਕਿਸਮਾਂ ਬਾਰੇ ਲਿਖੋ। ਐਂਡ ਨੈਕਸਟ ਨਾਂਵ ਵਾਕੰਸ਼ ਦੀਆਂ ਪਛਾਣ ਵਿਧੀਆਂ ਬਾਰੇ ਚਰਚਾ ਕਰੋ। ਇਸ ਤੋਂ ਬਾਅਦ ਵਾਲਾ ਕੁਐਸਚਨ ਵਿਹਾਰਿਕ ਪ੍ਰਸ਼ਨ ਹੈ, ਵਿਆਕਰਨ ਦੇ ਨਾਲ ਸੰਬੰਧਿਤ। 4 ਤੁਹਾਨੂੰ ਦਿੱਤੇ ਜਾਣਗੇ, 2 ਦਾ ਤੁਸੀਂ ਆਨਸਰ ਦੇਣਾ ਹੋਏਗਾ। 2 ਨੰਬਰ ਦੇ ਹੋਣਗੇ। ਇਹ ਇਸ ਤਰ੍ਹਾਂ ਹੋ ਸਕਦੇ ਹੈ, ਇੱਥੇ ਐਗਜ਼ਾਮਪਲ ਇਹਦੀ ਚੇਂਜ ਹੋ ਸਕਦੀ ਹੈ, ਲੇਕਿਨ ਜੋ ਇੱਧਰ ਪੁੱਛੇ ਗਏ ਆ ਵੀ ਇਹਦੀ ਪਛਾਣ ਕਿਵੇਂ ਕਰਨੀ ਹੈ, ਤਾਂ ਇਹ ਇਸੇ ਤਰ੍ਹਾਂ ਪੁੱਛੇ ਜਾ ਸਕਦੇ ਆ। ਜਸਬੀਰ ਨੇ ਪਤੰਗ ਉਡਾਇਆ, ਇਸ ਦੇ ਵਿੱਚ ਕਰਮ ਨਾਂਵ ਵਾਕੰਸ਼ ਪਛਾਣਨੇ ਆ। ਇਸ ਤੋਂ ਬਾਅਦ ਬੱਚਾ ਗੀਤ ਗਾਉਂਦਾ ਹੈ, ਮੁੱਖ ਕਿਰਿਆ ਤੇ ਸਹਾਇਕ ਕਿਰਿਆ ਦੱਸੋ। ਮੈਂ 2 ਕਾਪੀਆਂ ਤੇ 1 ਪੈਨ ਖਰੀਦਿਆ, ਵਾਕ ਨੂੰ ਸ਼ੁੱਧ ਕਰਕੇ ਲਿਖੋ। ਐਂਡ ਨੈਕਸਟ ਉਹ ਵਿਹੜੇ ਵੜਦਿਆਂ ਹੀ ਬੋਲਣ ਲੱਗ ਪਿਆ, ਕਾਲਕੀ ਤੇ ਅਕਾਲਕੀ ਕਿਰਿਆ ਰੂਪ ਪਛਾਣੋ। ਐਂਡ ਨੈਕਸਟ ਹੈ ਲੱਕੜੀ ਨੂੰ ਘੁਣ ਨੇ ਖਾ ਲਿਆ, ਨਾਂਵ ਵਾਕੰਸ਼ ਤੇ ਸੰਬੰਧਕ ਚੁਣੋ। ਐਂਡ ਨੈਕਸਟ ਭਾਰੀ ਮੀਂਹ ਜਾਂ ਤੇਜ਼ ਹਨੇਰੀ ਆਵੇਗੀ, ਕਿਰਿਆ ਵਾਕੰਸ਼ ਚੁਣੋ। ਐਂਡ ਨੈਕਸਟ ਹੈ ਫੌਜ ਵਿੱਚ ਬਹੁਤੇ ਜਵਾਨ ਨਸ਼ੇ ਦੀ ਵਰਤੋਂ ਨਹੀਂ ਕਰਦੇ, ਕਰਤਾ ਕਰਮ ਕਿਰਿਆ ਚੁਣੋ। ਐਂਡ ਨੈਕਸਟ ਹੈ ਰਾਹ ਜਾਂਦੇ ਮੁੰਡੇ ਸ਼ਰਾਰਤਾਂ ਕਰਦੇ ਹਨ, ਇਸ ਦੇ ਵਿੱਚੋਂ ਨਾਂਵ ਵਾਕੰਸ਼ ਤੇ ਵਿਸ਼ੇਸ਼ਣ ਚੁਣੋ। ਐਂਡ ਨੈਕਸਟ 4 ਉਸ ਦੀਆਂ ਧੀਆਂ ਸਨ ਅਤੇ 2 ਛੋਟੇ ਪੁੱਤਰ ਸਨ, ਇਸ ਦੇ ਯੋਜਕ ਪਛਾਣੋ। ਐਂਡ ਨੈਕਸਟ ਮੈਂ ਕਿਤਾਬ ਪੜ੍ਹਦਾ ਹਾਂ, ਮੇਲ ਠੀਕ ਕਰੋ। ਐਂਡ ਅਜੇ ਦੇ ਸੁਣਦਿਆਂ ਹੀ ਮੈਂ ਚਲਾ ਗਿਆ, ਕਿਰਿਆ ਵਾਕੰਸ਼ ਲਿਖੋ। ਅਧਿਆਪਕ ਨੇ ਵਿਆਕਰਨ ਪੜ੍ਹਾਈ ਹੀ ਨਹੀਂ, ਇਸ ਦੇ ਵਿੱਚੋਂ ਨਾਂਵ ਵਾਕੰਸ਼ ਪਛਾਣੋ। ਐਂਡ ਨੈਕਸਟ ਬੱਚਾ ਗੀਤ ਗਾਉਂਦਾ ਹੈ, ਇਸ ਦੇ ਵਿੱਚੋਂ ਮੁੱਖ ਕਿਰਿਆ ਦੱਸੋ। ਮੈਂ 2 ਕਾਪੀਆਂ ਤੇ 1 ਪੈਨ ਖਰੀਦਿਆ, ਇਸ ਦੇ ਨੂੰ ਸ਼ੁੱਧ ਕਰਕੇ ਲਿਖੋ। ਐਂਡ ਨੈਕਸਟ ਮੈਂ ਰੋਟੀ ਖਾਧੀ ਹੀ ਨਹੀਂ, ਕਿਰਿਆ ਵਾਕੰਸ਼ ਨਿਖੇੜ ਕੇ ਲਿਖੋ। ਉਸ ਤੋਂ ਬਾਅਦ 4 ਉਸ ਦੀਆਂ ਧੀਆਂ ਸਨ ਅਤੇ 2 ਛੋਟੇ ਪੁੱਤਰ ਸਨ, ਵਾਕ ਵਿੱਚੋਂ ਯੋਜਕ ਪਛਾਣੋ। ਇਹ ਸ਼ਾਇਦ ਰਿਪੀਟ ਹੋਇਆ, ਹਾਂਜੀ। ਨੈਕਸਟ ਹੈ ਜੀਤ ਗੀਤ ਗਾਉਂਦਾ, ਮੁੱਖ ਕਿਰਿਆ ਤੇ ਸਹਾਇਕ ਕਿਰਿਆ ਲਿਖੋ। ਸਾਡੀ ਜਮਾਤ ਦੇ ਬੱਚੇ ਪੜ੍ਹ ਰਹੇ ਹਨ, ਨਾਂਵ ਵਾਕੰਸ਼ ਦੀ ਪਛਾਣ ਕਰੋ। ਮੇਲੋ ਘੂਕ ਸੁੱਤਾ ਪਿਆ ਸੀ, ਮੇਲ ਪਛਾਣੋ। ਇਸ ਤਰ੍ਹਾਂ ਸਟੂਡੈਂਟਸ ਇਹ ਮੋਸਟ ਇੰਪੋਰਟੈਂਟ ਕੁਐਸਚਨਸ ਹੈ। ਵਿਆਕਰਨ ਦੇ ਕੁਐਸਚਨ ਇਸ ਦੇ ਵਿੱਚੋਂ ਹੀ ਪੁੱਛੇ ਜਾ ਸਕਦੇ ਹੈ। ਔਰ ਮੱਧਕਾਲੀਨ ਜਿਹੜੀ ਤੁਹਾਡੀ ਬੁੱਕ ਹੈਗੀ ਹੈ ਮੱਧਕਾਲੀ ਪੰਜਾਬੀ ਕਾਵਿ,
ਇਸ ਦੇ ਵਿੱਚੋਂ ਪ੍ਰਸੰਗ ਸਹਿਤ ਵਿਆਖਿਆ ਤੁਹਾਨੂੰ ਸਾਰਿਆਂ ਦੀ ਕਰਨੀ ਪਏਗੀ, 2 ਪੁੱਛੇ ਜਾਣਗੇ। ਇਸ ਤਰ੍ਹਾਂ ਤੁਸੀਂ ਇੱਕ ਕੋਈ ਕਵੀ ਜਿਹੜਾ ਉਹ ਛੱਡ ਸਕਦੇ ਹੋ, ਕਿਉਂਕਿ 2 ਤੁਹਾਨੂੰ ਪੁੱਛੇ ਜਾਣਗੇ, ਕਿਸੇ ਇੱਕ ਦਾ ਆਨਸਰ ਤੁਹਾਨੂੰ ਆਉਂਦਾ ਹੋਏਗਾ। ਫਿਰ ਇਸੇ ਤਰ੍ਹਾਂ ਕਵਿਤਾ ਦਾ ਸਾਰ ਤੇ ਕੇਂਦਰੀ ਭਾਵ, ਇਹ ਵੀ 2 ਤੁਹਾਨੂੰ ਦਿੱਤੇ ਜਾਣਗੇ। ਜਿਹੜਾ ਤੁਸੀਂ ਛੱਡਿਆ ਹੋਏਗਾ ਤਾਂ ਉਸ ਦੇ ਨਾਲ ਦੂਜੀ ਆਪਸ਼ਨ ਵਾਲਾ ਤੁਹਾਨੂੰ ਆਉਂਦਾ ਹੋਏਗਾ। ਇਸ ਤਰ੍ਹਾਂ ਪੂਰੇ ਸਿਲੇਬਸ ਦੇ ਵਿੱਚੋਂ ਕਿਸੇ ਇੱਕ ਕਵੀ ਦੀਆਂ ਕਵਿਤਾਵਾਂ ਤੁਸੀਂ ਛੱਡ ਸਕਦੇ ਹੋ, ਬਾਕੀ ਸਾਰੇ ਤੁਸੀਂ ਕਰ ਲਓ। ਔਰ ਇਸੇ ਤਰ੍ਹਾਂ ਤੁਹਾਡੇ ਪ੍ਰਸ਼ਨ ਉੱਤਰ ਹੈ ਜਿਹੜੇ ਉਹਦੇ ਵਿੱਚ ਵੀ 8 ਪੁੱਛੇ ਜਾਣਗੇ, 5 ਦਾ ਤੁਸੀਂ ਆਨਸਰ ਦੇਣਾ, ਉਹ ਵੀ ਤੁਹਾਡੇ ਫਿਰ ਜਿਹੜੇ ਕੀਤੇ ਹੋਣੇ ਆ ਤੁਸੀਂ ਉਸ ਦੇ ਵਿੱਚੋਂ ਹੀ ਹੋ ਜਾਣਗੇ। ਸੋ ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਦੇ ਵੀਡੀਓ ਵੀ ਤੁਹਾਨੂੰ ਇੱਥੇ ਹੀ ਮਿਲ ਜਾਣਗੇ, ਉਹਨਾਂ ਦੀ ਤਿਆਰੀ ਅੱਛੀ ਤਰ੍ਹਾਂ ਕਰ ਲਓ। ਹੋਰ ਕੋਈ ਸੁਜੈਸ਼ਨ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ। ਥੈਂਕ ਯੂ ਸੋ ਮੱਚ। ਮਿਲਦੇ ਹਾਂ ਅਸੀਂ ਆਪਣੇ ਅਗਲੇ ਵੀਡੀਓ ਵਿੱਚ।